ਜਥਾ ਜੋਗ ਤੁਮ ਭਾਖਤ ਪ੍ਰਾਤਾ। ਮਹਾਰਾਜ ਕਹਿੰਦੇ ਗੱਲ ਇਹ ਹੈ ਸੰਹਾਰੀ ਮਲ ਜੀ ਵੀ ਤੁਹਾਡਾ ਕਹਿਣਾ ਵੀ ਠੀਕ ਹੈ, ਯਥਾ ਯੋਗ ਹੈ, ਉਚਿਤ ਹੈ, ਵੀ ਜਿਵੇਂ ਤੁਸੀਂ ਕਹਿੰਦੇ ਹੋ ਹੈ ਤਾਂ ਬਚਨ ਤੁਹਾਡੇ ਵੀ ਦਰੁਸਤ ਹਨ, ਤਉ ਸੁਨਹਾ ਹਮਰੋ ਬਿਰਤਾਂਤਾ। ਪਰ ਫਿਰ ਵੀ ਸਾਡੇ ਮਨ ਵਿੱਚ ਜਿਹੜੀ ਗੱਲ ਹੈ ਉਹ ਤੁਸੀਂ ਇੱਕ ਵਾਰੀ ਸੁਣ ਲੈਣਾ ਕਰੋ। ਦੇਸ ਵਿਦੇਸਨ ਸੰਗਤ ਆਵਹਿ। ਉਹ ਇਉਂ ਹੈ ਵੀ ਇੱਥੇ ਗੋਇੰਦਵਾਲ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਜਿਹੜੀਆਂ ਸਾਡੇ ਦਰਸ਼ਨ ਕਰਨ ਵਾਸਤੇ ਸੇਵਾ ਕਰਨ ਵਾਸਤੇ ਪਹੁੰਚਦੀਆਂ ਹਨ, ਨਿਤ ਪ੍ਰਤ ਨਹੀਂ ਦਰਸ ਕਰ ਜਾਵਹਿ। ਤੇ ਪੁਰਾਣੀਆਂ ਦਰਸ ਕਰ ਜਾਵਹਿ, ਨਿਤ ਪ੍ਰਤ ਨਹੀਂ। ਸੰਗਤਾਂ ਦਰਸ਼ਨ ਕਰਕੇ ਤੁਰੀਆਂ ਜਾਂਦੀਆਂ, ਨਵੀਆਂ ਸੰਗਤਾਂ ਹੋਰ ਅੱਗੇ ਆਈ ਜਾਂਦੀਆਂ ਹਨ। ਗੁਰ ਸਿੱਖਿਆਨ ਕੋ ਹੋਏ ਅਪਮਾਨਾ। ਤੇ ਜੇ ਅਸੀਂ ਚਲੇ ਗਏ ਤੇ ਸੰਗਤਾਂ ਦੂਰੋਂ ਵੇਖੋ ਚੱਲ ਕੇ ਆਉਣਗੀਆਂ ਤੇ ਉਹਨਾਂ ਦਾ ਨਿਰਾਦਰ ਹੋਵੇਗਾ ਜੇ ਅਸੀਂ ਇੱਥੇ ਨਾ ਹੋਏ। ਤੋ ਸੰਗਤਾਂ ਆਈਆਂ, ਸੰਗਤਾਂ ਸਾਡੇ ਦਰਸ਼ਨ ਨੂੰ ਜੇ ਦਰਸ਼ਨ ਨਾ ਹੋਏ ਉਹਨਾਂ ਦੀ ਘਾਲ ਬਿਰਥੀ ਜਾਵੇਗੀ, ਉਹਨਾਂ ਦਾ ਨਿਰਾਦਰ ਹੋਵੇਗਾ। ਇਤੀ ਨਾ ਮੋਹ ਮਹਿ ਸ਼ਕਤ ਮਹਾਨਾ। ਤੇ ਸਾਡੇ ਵਿੱਚ ਕੋਈ ਇੰਨੀ ਸ਼ਕਤੀ ਨਹੀਂ ਹੈ ਬਹੁਤੀ ਮਹਾਨ, ਸਤਿਗੁਰ ਪਗ ਪੰਕਜ ਕੇਸ ਪ੍ਰੇਮੀ। ਵੀ ਅਸੀਂ ਸਤਿਗੁਰਾਂ ਦੇ ਚਰਨ ਕਮਲਾਂ ਦੇ ਜਿਹੜੇ ਪ੍ਰੇਮੀ ਸੰਗਤਾਂ ਹਨ, ਜਿਨ ਕੋ ਦਰਸ਼ਨ ਨਿਤ ਸੁਖ ਛੇਮੀ। ਜਿਹੜੀਆਂ ਸੰਗਤਾਂ ਨੂੰ ਸਾਡੇ ਦਰਸ਼ਨਾਂ ਵਿੱਚ ਹੀ ਨਿਤਾ ਪ੍ਰਤੀ ਸੁਖ ਪ੍ਰਾਪਤ ਹੁੰਦਾ ਹੈ, ਜਿਹੜੀਆਂ ਸੰਗਤਾਂ ਸਾਡੇ ਦਰਸ਼ਨਾਂ ਵਿੱਚ ਹੀ ਸੁਖ ਸਮਝਦੀਆਂ ਸਾਡਾ ਦਰਸ਼ਨ ਹੀ ਜਿਨ੍ਹਾਂ ਵਾਸਤੇ ਕਲਿਆਣ ਰੂਪ ਹੈ। ਬਰ ਅਰ ਸਰਾਪ ਸਫਲ ਜਿਨ ਕੇਰੇ। ਆ ਜਿਹੜੀਆਂ ਸੰਗਤਾਂ ਦਾ ਮੁਖੋਂ ਨਿਕਲਿਆ ਹੋਇਆ ਵਰਦਾਨ ਵੀ ਸਫਲ ਹੈ, ਤੇ ਉਹ ਸੰਗਤਾਂ ਦੇ ਮੁਖੋਂ ਨਿਕਲਿਆ ਹੋਇਆ ਜੇ ਕੋਈ ਮਾੜਾ ਬਚਨ ਸਰਾਪਦਾ ਉਹ ਵੀ ਫਲੀ ਭੂਤ ਹੁੰਦਾ ਹੈ। ਤਿਨਹਾ ਪ੍ਰਸੰਨ ਕਰਨ ਇੱਛ ਮੇਰੇ। ਤੇ ਸਾਡੀ ਮਨ ਦੀ ਇੱਛਾ ਵੀ ਅਸੀਂ ਸੰਗਤਾਂ ਨੂੰ ਪ੍ਰਸੰਨ ਕਰੀਏ, ਵੀ ਇਹਨਾਂ ਦਾ ਅਪਮਾਨ ਹੋਵੇਗਾ। ਸੰਗਤਾਂ ਨੂੰ ਪ੍ਰਸੰਨ ਕਰਨ ਦੀ ਸਾਡੇ ਹਿਰਦੇ ਵਿੱਚ ਬੜੀ ਇੱਛਾ ਹੈ। ਭੱਲਿਅਨ ਕੁਲ ਭੂਖਣ ਕੇ ਦਾਸ। ਕਿਉਂਕਿ ਜਿਹੜੇ ਭੱਲਿਆਂ ਦੀ ਕੁਲ ਦੇ ਭੂਖਣ ਗਹਿਣੇ ਰੂਪ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੇ ਜੋ ਅਸੀਂ ਦਾਸ ਹਾਂ, ਤਿਨ ਐ ਬੋ ਕਬ ਹੋਏ ਨਾ ਨਿਰਾਸ। ਤੇ ਜਿਹੜਾ ਹੈ ਉਹ ਅਸੀਂ ਇੱਛਾ ਹੈ ਸਾਡੀ ਮਨ ਵਿੱਚ ਵੀ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਹੈ ਉਹ ਕਦੇ ਨਾਰਾਜ਼ ਨਾ ਹੋਣ, ਵੀ ਸਾਡੇ ਦਰਸ਼ਨ ਕਰਨ ਆਉਣ ਤੇ ਅਸੀਂ ਉਹਨਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੀਏ, ਉਹਨਾਂ ਦਾ ਅਪਮਾਨ ਨਾ ਹੋਵੇ। ਤੋ ਅਸੀਂ ਨਹੀਂ ਚਾਹੁੰਦੇ ਵੀ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਸਿੱਖ ਹੈ ਉਹਨਾਂ ਨੂੰ ਨਾਰਾਜ਼ ਕਰੀਏ। ਗਏ ਸਾਪ ਗੁਰ ਸੰਗਤ ਸਾਰੀ। ਦੂਜੀ ਗੱਲ ਇਹ ਹੈ ਵੀ ਜੇ ਅਸੀਂ ਨਾਲ ਗਏ ਤੇ ਫਿਰ ਸੰਗਤਾਂ ਵੀ ਜਿੰਨੀਆਂ ਹੋਣਗੀਆਂ ਉਹ ਸਾਰੀਆਂ ਨਾਲ ਜਾਣਗੀਆਂ ਭਾਈ, ਤੇ ਜਾਂ ਜਿਹੜਾ ਸੁਣੂਗਾ ਵੀ ਗੁਰੂ ਰਾਮਦਾਸ ਜੀ ਆਏ ਹੈ ਤੇ ਉਹ ਵੀ ਫਿਰ ਨਾਲ ਇਸ ਤਰ੍ਹਾਂ ਉਹ ਸੁਣ ਕੇ ਆ ਜਾਣਗੇ। ਵੀ ਜਿੰਨੀਆਂ ਸੰਗਤਾਂ ਹੈ ਇਹਨਾਂ ਸਾਡੇ ਮਗਰ ਹੀ ਤੁਰ ਪੈਣਾ ਹੈ। ਜਾਂ ਗਏ ਸੌਂਪ ਗੁਰ ਸੰਗਤ ਸਾਰੀ, ਜਿੰਨੀ ਸੰਗਤ ਹੈ ਗੁਰੂ ਅਮਰਦਾਸ ਜੀ ਸਾਡੇ ਤਾਈਂ ਸੌਂਪ ਕੇ ਗਏ ਹੈ, ਇਹ ਸੰਗਤ ਸਾਡੇ ਲੜ ਲਾ ਕੇ ਗਏ ਹੈ। ਗਮਨ ਹੈ ਅਬ ਅਨਬਨੀ ਵਿਚਾਰੀ। ਤੇ ਜੇ ਅਸੀਂ ਇਹ ਵਿਚਾਰ ਕੀਤੀ ਸੰਹਾਰੀ ਮਲ ਭਰਾਤਾ ਜੀ, ਜੇ ਅਸੀਂ ਤੁਹਾਡੇ ਨਾਲ ਚਲੇ ਗਏ ਤੇ ਗੱਲ ਚੰਗੀ ਨਹੀਂ ਹੋਵੇਗੀ, ਅਸੀਂ ਗੱਲ ਯੋਗ ਨਹੀਂ ਜਾਣੀ ਹੈ। ਭੀੜ ਹਜ਼ਾਰਾਂ ਨਰ ਕੀ ਰਹੈ। ਬਾਕੀ ਸਾਡੇ ਨਾਲ ਤਾਂ ਭਾਈ ਹਜ਼ਾਰਾਂ ਸਿੱਖਾਂ ਸੰਗਤਾਂ ਦੀ ਭੀੜ ਸਦਾ ਰਹਿੰਦੀ ਹੈ। ਸਭ ਕੋ ਖਰਚ ਕਹਾਂ ਨਿਰਬਹਿ। ਤੇ ਉਹ ਤੂੰ ਭਾਈ ਸੰਹਾਰੀ ਮਲ ਉਹਨਾਂ ਦਾ ਖਰਚਾ ਕਿੱਥੇ ਚੁੱਕੇਗਾ, ਵੀ ਇੰਨੀ ਸੰਗਤ ਜਿਹੜੀ ਉਹ ਸਾਰੀ ਲਾਹੌਰ ਚਲੇ ਜਾਏਗੀ ਤੇ ਤੇਰੇ ਵਿਵਾਹ ਦੇ ਵਿੱਚ ਫਿਰ ਉਹ ਖਰਚਾ ਜਿਹੜਾ ਵਾ ਤੈਨੂੰ ਚੁੱਕਣਾ ਔਖਾ ਹੋ ਜਾਵੇਗਾ। ਜਬ ਬਰਾਤ ਪਹੁੰਚੇ ਤਹ ਜਾਏ। ਤੇ ਫਿਰ ਤੂੰ ਆਖਣਾ ਵੀ ਬਰਾਤ ਵੀ ਜਾਓ, ਤੇ ਜੇ ਅਸੀਂ ਬਰਾਤ ਤੇਰੇ ਕੁੜਮਾ ਵਾਲੇ ਪਾਸੇ ਨੂੰ ਜਾਵਾਂਗੇ, ਤੇਰੇ ਪੁੱਤ ਦੀ ਬਰਾਤ ਗਏ ਤਾਂ ਸੰਗਤ ਮੇਲ ਹੋਏ ਸਮੁਦਾਏ। ਤੇ ਉਧਰਲੀਆਂ ਸੰਗਤਾਂ ਜਦੋਂ ਸੁਣਨਗੀਆਂ ਵੀ ਗੁਰੂ ਰਾਮਦਾਸ ਜੀ ਆਏ ਜਾਂ ਸਾਡੀ ਬਾਬਤ ਸੁਣਨਗੀਆਂ, ਉਹ ਤੇਰੇ ਕੁੜਮਾ ਵਾਲੇ ਪਾਸੇ ਵੀ ਸੰਗਤਾਂ ਬਹੁਤ ਇਕੱਠੀਆਂ ਹੋ ਜਾਣੀਆਂ ਹਨ। ਕਿਮ ਸਮਧੀ ਸਭ ਕਰਹਿ ਸੰਭਾਰੀ। ਤੇ ਫਿਰ ਉਹ ਅਸਕਰ ਉਹ ਧੀ ਵਾਲੇ ਆ ਤੇ ਸੰਹਾਰੀ ਮੰਨ ਲਓ ਫਿਰ ਬੱਚੀ ਵਾਲੇ ਆ, ਧੀ ਵਾਲੇ ਆ, ਤੇ ਕਿਵੇਂ ਉਹ ਸੰਭਾਲਣਗੇ। ਐਡੀ ਮਹਾਰਾਜ ਦਿਵ ਦ੍ਰਿਸ਼ਟ ਵਾਲੇ, ਨੰਮੀ ਨਦਰ ਨਿਹਾਲ, ਲੰਮੀ ਦ੍ਰਿਸ਼ਟੀ ਮਾਰਨ ਵਾਲੇ ਗੁਰੂ ਰਾਮਦਾਸ ਜੀ ਆ। ਹੁਣ ਤਾਂ ਉਹ ਆਪਾਂ ਵੀ ਉਹ ਵਿਵਾਹ ਕਰਦੇ ਹੀ ਆ, ਉਹ ਅਗਲੇ ਨੇ ਚਾਹੇ ਕੋਈ 20 ਦਾ ਪ੍ਰੋਗਰਾਮ ਕੀਤਾ, ਕੋਈ 30 ਦਾ ਕੀਤਾ, ਇੱਥੋਂ ਫਲਾਣਿਆਂ ਤੂੰ ਵੀ ਚੱਲ ਬਰਾਤ, ਤੂੰ ਵੀ ਚੱਲ, ਲੈ ਜਾਂਦੇ ਆ 50-50, 100, 200, 400। ਫਿਰ ਉਹ ਧੀ ਵਾਲਿਆਂ ਦਾ ਉੱਥੇ ਫਿਰ ਜਲੂਸ ਨਿਕਲਦਾ ਫਿਰਦਾ, ਕਿਉਂਕਿ ਉਹ ਇੱਕ ਰਿਸ਼ਤਾ ਉਹੋ ਜਿਹਾ ਹੁੰਦਾ ਹੈ, ਨਵਾਂ ਸੰਜੋਗ ਬਣ ਰਿਹਾ ਹੈ। ਉਹ ਚਾਹੁੰਦੇ ਨਹੀਂ ਵੀ ਇਹਦੇ ਵਿੱਚ ਕੋਈ ਵਿਘਨ ਪਵੇ।
ਫਿਰ ਹੋਰ ਹੁੰਦਾ ਹੈ ਵੀ ਜਿਹੜਾ ਪ੍ਰਬੰਧ ਪਹਿਲਾਂ ਕੀਤਾ ਹੋਵੇ ਸਾਧ ਸੰਗਤ ਜੀ, ਉਹਦੇ ਵਿੱਚ ਕਰਨਾ ਵੀ ਸੌਖਾ ਹੈ, ਉਹ ਥੋੜਾ ਜਿਹਾ ਖਰਚਾ ਵੀ, ਕਿਉਂਕਿ ਪਤਾ ਹੁੰਦਾ ਵੀ ਇਸ ਤਰ੍ਹਾਂ ਕਰਨਾ। ਜਿਹੜਾ ਖਲੇ ਪੈਰ ਪ੍ਰਬੰਧ ਕਰਨਾ ਹੁੰਦਾ ਹੈ, ਉਹਦੇ ਵਾਸਤੇ ਬਹੁਤ ਫਿਰ ਪਰੇਸ਼ਾਨੀਆਂ ਦਿੱਕਤਾਂ ਜਿਹੜੀਆਂ ਪਰਿਵਾਰ ਨੂੰ ਜਿਹੜੀਆਂ ਆਉਂਦੀਆਂ। ਪਰ ਧੰਨ ਹਨ ਗੁਰੂ ਰਾਮਦਾਸ ਜੀ, ਕਹਿੰਦੇ ਸੰਹਾਰੀ ਮੱਲ ਭਾਈ ਵੇਖ, ਜੇ ਅਸੀਂ ਗਏ ਉੱਥੇ ਬਰਾਤ ਤੇ ਉੱਥੇ ਸੰਗਤ ਬਹੁਤ ਇਕੱਠੀ ਹੋ ਜਾਣੀ ਹੈ, ਤੇ ਫਿਰ ਉਹ ਧੀ ਵਾਲੇ ਹੈ, ਤੋ ਇਸ ਕਰਕੇ ਉਹ ਕਿਵੇਂ ਸੰਭਾਲਣਗੇ? ਇੰਨੀ ਸੰਗਤ ਦਾ ਪ੍ਰਬੰਧ ਕਰਨਾ ਉਹਨਾਂ ਵਾਸਤੇ ਔਖਾ ਹੋ ਜਾਣਾ ਹੈ, ਕਠਿਨ ਹੋ ਜਾਣਾ ਹੈ। ਇਤਿਆਦਿਕ ਪੁਨ ਗਿਰਾ ਉਚਾਰੀ। ਤੇ ਇਸ ਤੋਂ ਬਾਅਦ ਫਿਰ ਹੋਰ ਵੀ ਬੜੀਆਂ ਜਿਹੜੇ ਸੱਚੇ ਪਾਤਸ਼ਾਹ ਦੀਆਂ ਯੋਗ ਗੱਲਾਂ ਜਿਹੜੀਆਂ ਭਾਈ ਸੰਹਾਰੀ ਜੀ ਨੂੰ ਦਸੀਆਂ ਹਨ। ਜਥਾ ਜੋਗ ਸੁਨ ਬਚ ਸੰਹਾਰੀ। ਤੇ ਇਤਿਆਦਿਕ ਲਿਓ ਹੇਤ ਵਿਚਾਰੀ। ਤੋ ਗੁਰੂ ਜੀ ਕਹਿੰਦੇ ਆ ਕਿ ਇਸ ਤੋਂ ਬਾਅਦ ਹੋਰ ਵੀ ਵਿਚਾਰ ਲਓ ਭਾਈ, ਭਲਾ ਇਸੇ ਜੀਆ ਸੰਹਾਰੀ ਮੱਲ ਜੀ ਵੀ ਅਸੀਂ ਨਾ ਜਾਈਏ। ਤੋ ਜਥਾ ਜੋਗ ਸੁਨ ਬਚ ਸੰਹਾਰੀ, ਜਦੋਂ ਭਾਈ ਸੰਹਾਰੀ ਜੀਆਂ ਸੁਣੇ ਮਹਾਰਾਜ ਦੇ ਬਚਨ, ਵੀ ਮਹਾਰਾਜ ਦੇ ਬਚਨ ਨੂੰ ਜਿਹੜੀ ਵੈ ਸਤਿਗੁਰੂ ਕਹਿ ਰਹੇ ਆ ਹੈ ਯੋਗ ਹੈ, ਵੀ ਗੱਲ ਇਸੇ ਤਰ੍ਹਾਂ ਹੀ ਹੈ ਵੀ ਚਲੋ ਮੈਂ ਪ੍ਰਬੰਧ ਕਰ ਲਵਾਂਗਾ। ਤੇ ਅੱਗੋਂ ਬੱਚੀ ਵਾਲੇ ਜਿਹੜੇ ਵੈ ਉਹ ਲੜਕੀ ਵਾਲਿਆਂ ਤੋਂ ਔਖਾ ਹੋ ਜਾਣਾ, ਇੰਨਾ ਪ੍ਰਬੰਧ ਕਰਨਾ, ਇੰਨੀ ਸੰਗਤ ਸੰਭਾਲਣੀ ਬਿਠਾਉਣੀ, ਇਹ ਜਾਣੇ ਹਨ। ਬਿਨੈ ਸੁਨੀ ਪੁਨ ਗਿਰਾ ਉਚਾਰੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਫਿਰ ਲਾਗੇ ਹੋ ਕਰਕੇ ਫਿਰ ਬੇਨਤੀ ਕਰਨ ਵਾਲਾ, ਜਾਂ ਬੇਨਤੀ ਵਿੱਚ ਜਿਹੜੀ ਵਾ ਉਹ ਲਿਬੜੀ ਹੋਈ, ਲਿਪਤ ਹੋਈ, ਉਹ ਬੇਨਤੀ ਰੂਪ ਬਚਨ ਭਾਈ ਸੰਹਾਰੀ ਜੀ ਕਹਿੰਦੇ ਆ। ਉਚਿਤ ਆਪ ਸਭ ਮੋਹਿ ਸੁਨਾਈ। ਹਾਂ ਮਹਾਰਾਜ, ਜੋ ਆਪ ਜੀਆਂ ਕਿਹਾ ਹੈ ਤਾਂ ਯੋਗ, ਵੀ ਗੱਲ ਤਾਂ ਇਸ ਤਰ੍ਹਾਂ ਹੀ ਬਣਦੀ ਹੈ ਵੀ ਜਿਵੇਂ ਆਪ ਜੀ ਕਹਿ ਰਹੇ ਹੋ। ਅਬ ਭੀ ਸੰਗਤ ਹੈ ਸਮੁਦਾਈ। ਤੇ ਮਹਾਰਾਜ ਹੁਣ ਵੀ ਮੈਂ ਵੇਖ ਰਿਹਾ ਵੀ ਬਹੁਤ ਭਾਰੀ ਸੰਗਤ ਜਿਹੜੀ ਤੁਹਾਡੇ ਨਾਲ ਹੈ। ਅਨਗਨ ਆਏ ਪੀਰ ਵੱਡ ਹੋਈ। ਤੇ ਉੱਥੇ ਤੁਸੀਂ ਗਏ ਲਾਹੌਰ ਜਾਂ ਅੱਗੇ ਬਰਾਤ, ਤੇ ਉੱਥੇ ਹੋਰ ਵੀ ਭੀੜ ਵੱਧ ਜਾਣੀ ਹੈ, ਸੰਗਤਾਂ ਹੋਰ ਆ ਜਾਣੀਆਂ ਹਨ। ਪੁਨ ਗ੍ਰਾਮਨ ਕੇ ਸਿੱਖ ਸਭ ਕੋਈ। ਉਹਨਾਂ ਫਿਰ ਜਿਹੜੇ ਨਗਰਾਂ ਦੇ ਜਿੰਨੇ ਕੋਈ ਸਿੱਖ ਹਨ ਲਾਗੇ ਉਧਰ ਪਿੰਡਾਂ ਦੇ ਆ, ਤਹਾਂ ਗਏ ਸਮਧੀ ਹਠ ਧਰੈ। ਤੇ ਉੱਥੇ ਗਏ ਤੇ ਫਿਰ ਉਹ ਸੰਗਤਾਂ ਉਹ ਵੀ ਆ ਜਾਣੀਆਂ ਲਾਗੇ ਪਿੰਡਾਂ ਦੀਆਂ, ਜਿਹੜੇ ਸਾਡੇ ਸਮਧੀ ਸੰਬੰਧੀ ਹੈ, ਕੁੜਮ ਹੈ, ਉਹਨਾਂ ਫਿਰ ਹੱਠ ਕਰਨਾ, ਕਿਉਂਕਿ ਤੁਹਾਡਾ ਸਤਿਕਾਰ ਹਰੇਕ ਸਿੱਖ ਦੇ ਮਨ ਵਿੱਚ ਹੈ। ਤੇ ਉਹ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੈ, ਉਹਨਾਂ ਨੇ ਵੀ ਤੁਹਾਨੂੰ ਆਇਆ ਵੇਖ ਕੇ ਫਿਰ ਹੱਠ ਕਰਨਗੇ। ਭੋਜਨ ਸਭ ਕੋ ਨਿਜ ਘਰ ਕਰੈ। ਵੀ ਸੰਗਤਾਂ ਦਾ ਨਿਰਾਦਰ ਨਾ ਹੋਵੇ, ਵੀ ਸਭ ਨੂੰ ਭੋਜਨ ਮਿਲੇ, ਇਸ ਕਰਕੇ ਉਹ ਆਪਣੇ ਘਰ ਨੂੰ ਖਿੱਚਣਗੇ ਵੀ ਅਸੀਂ ਸਾਰੀਆਂ ਸੰਗਤਾਂ ਦਾ ਜਿਹੜਾ ਖਰਚ ਹੈ ਉਹ ਬਰਾਤ ਆਈਆਂ ਦਾ ਅਸੀਂ ਕਰਾਂਗੇ। ਤੋ ਇਸ ਤਰ੍ਹਾਂ ਮਹਾਰਾਜ ਹੈ ਤਾਂ ਆਪ ਜੀ ਦੇ ਬਚਨ ਬਿਲਕੁਲ ਅਨੁਕੂਲ ਉਚਿਤ ਹਨ। ਸ਼ਕਤਨ ਏਤੀ ਹੋਏ ਕਰਜਾਈ। ਤੇ ਉਹ ਕਰਜਾਈ ਹੋ ਜਾਣਗੇ ਮਹਾਰਾਜ, ਜਿਵੇਂ ਆਪ ਜੀ ਕਹਿ ਰਹੇ ਹੋ ਵੀ ਇੰਨੀ ਸ਼ਕਤੀ ਨਹੀਂ ਹੋਣੀ ਉਹਨਾਂ ਦੇ ਪਾਸ, ਉਹ ਥੋੜੇ ਜਿਹੇ ਮਾੜੇ ਹੈ, ਇਸ ਕਰਕੇ ਉਹ ਕਰਜਾਈ ਹੋ ਜਾਵਣਗੇ। ਇਹ ਆਪ ਜੀਆਂ ਜਿਵੇਂ ਵਿਚਾਰਿਆ ਹੈ ਅਨਬਨ ਮੈਂ ਭੀ ਲਖ ਪਾਈ। ਇਹ ਗੱਲ ਮਹਾਰਾਜ ਤੁਹਾਡੀ ਠੀਕ ਹੈ, ਮੈਂ ਵੀ ਐਵੇਂ ਵਿਚਾਰਿਆ ਵੀ ਬਿਲਕੁਲ ਤੁਸੀਂ ਸੱਚ ਆਖ ਰਹੇ ਹੋ। ਤਉ ਆਪ ਮਮ ਆਵਨ ਜਾਨਹ। ਪਰ ਸੱਚੇ ਪਾਤਸ਼ਾਹ ਜੀ ਤਾਂ ਵੀ ਫਿਰ ਮੇਰਾ ਆਇਆ ਹੋਇਆ ਤੁਸੀਂ ਜਾਣੋ ਨਾ ਵੀ ਮੈਂ ਆਪ ਚੱਲ ਕੇ ਆਇਆ ਹਾਂ। ਕਰਹ ਸਫਲ ਬਿਨਤੀ ਇਮ ਮਾਨਹ। ਤੇ ਮਹਾਰਾਜ ਮੇਰੀ ਵੀ ਕੋਈ ਬੇਨਤੀ ਆਏ ਦੀ ਲਾਜ ਰੱਖੋ, ਕੋਈ ਨਾ ਕੋਈ ਮਹਾਰਾਜ ਢੰਗ ਵਰਤੋ ਵੀ ਮੇਰਾ ਆਇਆ ਸਫਲ, ਬੇਨਤੀ ਮੇਰੀ ਸਫਲੀ ਕਰ ਦੇਵੋ। ਕੋਈ ਬੇਨਤੀ ਮੇਰੀ ਵੀ ਜਿਹੜੀ ਵੇ ਆਪ ਜੀ ਮੰਨਣੀ ਕਰੋ। ਆਪਣੇ ਪੁੱਤਰ ਪਠਹ ਮਮ ਸੰਗ। ਆਪ ਨਹੀਂ ਆਉਣਾ ਮਹਾਰਾਜ ਤੇ ਆਪਣੇ ਪੁੱਤਰ ਪ੍ਰਿਥੀ ਚੰਦ ਨੂੰ ਆਪ ਜੀ ਮੇਰੇ ਨਾਲ ਭੇਜ ਦਿਓ ਜੀ। ਹੋਵਹਿ ਸ਼ੁਭ ਕਾਰਜ ਸਰਬੰਗ। ਵੀ ਉਹ ਸਿਆਣਾ ਹੈ ਤੇ ਕਾਰਜ ਸਾਰੇ ਕਰ ਲਵੇਗਾ, ਉਹ ਜਾਣਦਾ ਸਭ ਨੂੰ ਮਿਲਣਾ ਜੁਲਣਾ, ਤੇਜ ਤਰਾਰ ਹੈ, ਚਤੁਰ ਹੈ, ਤੇ ਉਹ ਸਾਰਾ ਸੰਭਾਲ ਲਵੇਗਾ ਤੇ ਬਾਕੀ ਉਹ ਕਾਰਜ ਸਾਰਾ ਸਫਲ ਹੋ ਜਾਵੇਗਾ। ਤੁਹਾਡਾ ਸਾਹਿਬਜ਼ਾਦਾ ਹੈ। ਮਮ ਅਰਜੀ ਤੁਮ ਮਰਜੀ ਅੰਤਰ। ਬਾਕੀ ਮਹਾਰਾਜ ਸਾਡੀ ਤਰਜੀ ਹੈ, ਤੁਸੀਂ ਵਰਤਣਾ ਆਪਣੀ ਮਰਜ਼ੀ ਵਿੱਚ ਹੈ। ਰਾਵਰ ਗਰਜੀ ਰਹੋ ਨਿਰੰਤਰ। ਮਹਾਰਾਜ ਪਰ ਅਸੀਂ ਤੁਹਾਡੇ ਗਰਜੀ ਹਾਂ, ਆਭਾਰੀ ਹਾਂ, ਸਦਾ ਨਿਰੰਤਰ ਇੱਕ ਰਸ ਹੀ ਤੁਹਾਡੀ ਲੋੜ ਹੈ। ਸੁਨ ਸ਼੍ਰੀ ਰਾਮਦਾਸ ਸੁਖ ਰਾਸੀ। ਸੁਖਾਂ ਦੇ ਖਜ਼ਾਨਾ ਰੂਪ ਗੁਰੂ ਰਾਮਦਾਸ ਜੀ ਸਤਿਗੁਰਾਂ ਭਾਈ ਸੰਹਾਰੀ ਜੀ ਦੀ ਇਹ ਬੇਨਤੀ ਸੁਣੀ ਹੈ। ਪ੍ਰਿਥੀਆ ਪੁੱਤਰ ਬੁਲਾਏ ਪਾਸੀ। ਤੇ ਸਿੱਖ ਨੂੰ ਆਖਿਆ ਵੀ ਜਾਓ ਪ੍ਰਿਥੀ ਮਲ ਨੂੰ ਬੁਲਾ ਕੇ ਲਿਆਓ। ਪ੍ਰਿਥੀ ਚੰਦ ਜੀ ਨੂੰ ਆਪਣੇ ਪਾਸ ਬੁਲਾਇਆ ਹੈ। ਨਿਜ ਬੰਧਨ ਕੀ ਰੀਤ ਸੁਨਾਈ। ਤੇ ਸਾਰੀ ਸੰਬੰਧੀਆਂ ਦੀ ਰੀਤੀ ਮਰਿਆਦਾ ਦੱਸੀ ਹੈ ਵੀ ਪੁੱਤਰ ਪ੍ਰਿਥੀ ਚੰਦ ਦਾ ਵੇਖ
ਇਹ ਤੇਰੇ ਰਿਸ਼ਤੇ ਵਿੱਚ ਤਾਇਆ ਲੱਗਦੇ ਐ। ਸੰਘਾਰੀ ਮੱਲ ਜੀ ਆਏ ਐ ਲਾਹੌਰ ਤੋਂ, ਇਹਨਾਂ ਨੇ ਆਪਣੇ ਪੁੱਤਰ ਦਾ ਵਿਵਾਹ ਰੱਖਿਆ ਹੈ ਤੇ ਇੱਥੇ ਆਪ ਚੱਲ ਕੇ ਆਏ ਆ। ਵੇਖ ਮਠਾਈਆਂ ਲੈ ਕਰਕੇ ਕਿੰਨੀ ਜਿਹੜੀ ਵੈ ਉਹ ਪ੍ਰੇਮ ਰੱਖ ਕੇ ਇੱਥੇ ਆਪਣੇ ਪਾਸ ਆਏ ਆ। ਤੇ ਤੁਸੀਂ ਉੱਥੇ ਆਪਣੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਮਿਲੋ, ਆਪਣੇ ਸਾਕ ਸੰਬੰਧੀਆਂ ਨੂੰ, ਲਾਹੌਰ ਚਾਚੇ ਤਾਏ ਜਿੰਨੇ ਆਪਾਂ ਉੱਥੇ ਛੱਡ ਆਏ ਸਾਂ ਘਰ, ਉਹ ਸਾਰੀ ਜਿਵੇਂ ਮਰਿਆਦਾ ਰਹਿਣ ਬਹਿਣ ਹੁੰਦਾ ਕੋਈ ਪਰਿਵਾਰਾਂ ਵਿੱਚ, ਉਹ ਸਾਰਾ ਬਾਬਾ ਪਿਰਥੀ ਚੰਦ ਜੀ ਨੂੰ ਸੁਣਾਇਆ ਹੈ। ਸ਼ਾਦੀ ਬਿਖੈ ਮਿਲਹਿ ਸਮੁਦਾਈ। ਤੇ ਕਹਿੰਦੇ ਆ ਵੀ ਤੁਸੀਂ ਜਾਓ ਸ਼ਾਦੀ ਤੇ ਵਿਵਾਹ ਤੇ, ਉੱਥੇ ਜਾ ਕੇ ਸਾਰਿਆਂ ਸ਼ਰੀਕਾਂ ਨੂੰ, ਚਾਚਿਆਂ ਬਾਬਿਆਂ ਨੂੰ ਮਿਲ ਆਓ। ਹਮਰੇ ਤਾਊ ਕੋ ਇਹੋ ਨੰਦਨ। ਕਿਉਂਕਿ ਭਾਈ ਸੰਘਾਰੀ ਮੱਲ ਜੀ ਸਾਡੇ ਤਾਏ ਦੇ ਪੁੱਤਰ ਹਨ। ਵੱਡੋ ਸਥਾਨ ਉਚਿਤ ਹੈ ਬੰਦਨ। ਤੇ ਇਹ ਵੱਡੇ ਸਾਥੋਂ ਵੱਡੇ ਸਥਾਨ ਤੇ ਹੈ, ਇਸ ਕਰਕੇ ਇਹਨਾਂ ਨੂੰ ਝੁਕਣਾ ਜਿਹੜਾ ਵਾ ਉਹ ਯੋਗ ਹੈ। ਸੁਤ ਕੋ ਵਿਆਹ ਰਚਿਓ ਚੱਲ ਆਏਵੋ। ਤੇ ਇਹਨਾਂ ਦੇ ਚਰਨੀ ਲੱਗੋ। ਤੋਂ ਬਾਬਾ ਪ੍ਰਿਥੀ ਚੰਦ ਜੀਆਂ ਉਹ ਚਰਨੀ ਹੱਥ ਲਾਏ, ਮੱਥਾ ਟੇਕਿਆ ਸੰਘਾਰੀ ਮੱਲ ਜੀਆਂ ਨੂੰ। ਫਿਰ ਗੁਰੂ ਜੀ ਕਹਿੰਦੇ ਆ ਵੀ ਇਹਨਾਂ ਦੇ ਪੁੱਤਰ ਦਾ ਵਿਵਾਹ ਇਹਨਾਂ ਨੇ ਰਚਿਆ ਹੋਇਆ, ਇਸ ਕਰਕੇ ਆਪਣੇ ਪਾਸ ਸੱਦਾ ਦੇਣ ਪਹੁੰਚੇ ਆ। ਤੁਝੇ ਕੋ ਉਚਿਤ ਸੰਗ ਇਹੋ ਜਾਏਵ। ਤੇ ਅਸੀਂ ਜਾ ਨਹੀਂ ਸਕਦੇ ਪੁੱਤਰ ਪ੍ਰਿਥੀ ਚੰਦ ਜੀ, ਤੁਹਾਡਾ ਜਾਣਾ ਯੋਗ ਹੈ। ਤੁਸੀਂ ਆਪਣੇ ਤਾਇਆ ਜੀ ਦੇ ਨਾਲ ਲਾਹੌਰ ਚਲੇ ਜਾਓ। ਸੋਢੀ ਕੋਲ ਸਭ ਬੰਦ ਹਮਾਰੇ। ਤੇ ਉੱਥੇ ਸੋਢੀਆਂ ਦੀ ਆਪਣੀ ਜਿਹੜੀ ਕੁੱਲ, ਉੱਥੇ ਸਾਰੇ ਸੰਬੰਧੀ ਵੀ ਆਏ ਹੋਣੇ ਹਨ। ਮਿਲਹਾ ਤਹਾਂ ਜੋ ਜੋ ਹਿਤ ਤਾਰੇ। ਤੇ ਸਾਰਿਆਂ ਨੂੰ ਮਿਲੋ ਪ੍ਰੇਮ ਰੱਖ ਕੇ, ਜਿਹੜੇ ਜਿਹੜੇ ਵੀ ਉੱਥੇ ਆਏ ਨਾ ਆਪਣੇ ਸੰਬੰਧੀ ਸੋਢੀਆਂ ਦੇ ਜਾਂ ਕੋਈ ਹੋਰ ਪਿੱਛੇ ਰਿਸ਼ਤੇਦਾਰ, ਉਹਨਾਂ ਸਾਰਿਆਂ ਨੂੰ ਤੁਸੀਂ ਪ੍ਰੇਮ ਧਾਰ ਕੇ ਮਿਲੋ ਜਾ ਕਰਕੇ। ਕੇਤਕ ਦਿਵਸ ਰਹੋ ਲਵਪੁਰ ਮੈਂ। ਤੇ ਅਸੀਂ ਚਾਹੁੰਦੇ ਆ ਵੀ ਕੁਝ ਕੁ ਦਿਨ ਜਿਹੜੇ ਆ ਤੁਸੀਂ ਲਾਹੌਰ ਵਿੱਚ ਹੀ ਠਹਿਰ ਜਾਓ। ਆਵਹ ਪੁਨ ਇੱਛਾ ਜਬ ਔਰ ਮੈਂ। ਤੇ ਜਦੋਂ ਮਨ ਵਿੱਚ ਇੱਛਾ ਹੋਊਗੀ ਤੁਸੀਂ ਵਾਪਸ ਹੋ ਆਉਣਾ। ਕਾਰਜ ਵਿਵਾਹ ਦਾ ਕਰਕੇ ਫਿਰ ਉੱਥੇ ਲਾਹੌਰ ਕੁਝ ਦਿਨ ਰੁਕ ਜਾਓ, ਸੰਗਤਾਂ ਨੂੰ ਕੁਝ ਕਥਾ ਕੀਰਤਨ ਸੁਣਾਓ, ਤੇ ਫਿਰ ਜਦੋਂ ਮਨ ਹੋਇਆ ਇੱਥੇ ਗੋਇੰਦਵਾਲ ਆ ਜਾਣਾ। ਆਪਣੀ ਧਰਮਸਾਲ ਸੁਧ ਲੇਹੋ। ਬਾਕੀ ਆਪਣੀ ਉੱਥੇ ਇੱਕ ਧਰਮਸ਼ਾਲਾ ਵੀ ਬਣਾਈ ਹੋਈ ਹੈ, ਜਿੱਥੇ ਸਿੱਖ ਜੁੜਦੇ ਆ, ਸਾਦੀਵਾਰ ਕਥਾ ਕੀਰਤਨ ਹੁੰਦਾ, ਜਿੱਥੇ ਆਪਣਾ ਘਰ ਸੀਗਾ। ਤੇ ਪੁੱਤਰ ਜੀ ਉਹਦੀ ਵੀ ਖਬਰਸਾਰ ਲੈ ਕੇ ਆਓ ਵੀ ਭੰਡਾਰੇ ਭਰਪੂਰ ਆ, ਲੰਗਰ ਵਧੀਆ ਚੱਲਦੇ ਆ, ਸੰਗਤ ਇਕੱਠੀ ਹੁੰਦੀ ਆ, ਉਹਦੀ ਵੀ ਖਬਰਸਾਰ ਤੁਸੀਂ ਜਾ ਕੇ ਲੈ ਆਓ। ਜਥਾ ਜੋਗ ਸਭ ਹਿਨ ਕਹ ਦੇਹੋ। ਤੇ ਜਿਹੋ ਜੀ ਯੋਗ ਹੋਊਗਾ ਮਾਇਆ ਖੁੱਲੀ ਦੇ ਕੇ ਆਓ ਉੱਥੇ ਸਿੱਖ ਸੰਗਤਾਂ ਨੂੰ, ਜਾਂ ਜੋ ਪ੍ਰਬੰਧ ਸਿੱਖ ਚਲਾਉਂਦੇ ਹੈ, ਜਿਸ ਚੀਜ਼ ਦੀ ਲੋੜ ਹੈ, ਅੰਨ ਕੱਪੜਾ ਮਾਇਆ ਦੀ, ਉਹ ਖੁੱਲੇ ਭੰਡਾਰੇ ਉੱਥੇ ਵਰਤਾ ਕੇ ਆਓ ਤੁਸੀਂ ਧਰਮਸ਼ਾਲਾ ਵਿੱਚ। ਪਿਤ ਤੇ ਸੁਨ ਪ੍ਰਥੀਏ ਮਨ ਜਾਨੀ। ਪ੍ਰਿਥੀ ਚੰਦ ਨੇ ਜਦੋਂ ਸੁਣਿਆ ਗੁਰੂ ਰਾਮਦਾਸ ਮਹਾਰਾਜ ਤੋਂ, ਹੁਣ ਇਹ ਚਾਤਰ ਬਹੁਤ ਸੀਗਾ, ਸੁਣ ਕੇ ਤੇ ਮਨ ਵਿੱਚ ਇਉਂ ਇਹਨੇ ਜਾਣੀ, ਨਾਲ ਦੀ ਨਾਲ ਹੀ ਜਿਹੜਾ ਦਿਮਾਗ ਉਹ ਪੁੱਠੇ ਪਾਸੇ ਤੁਰਿਆ ਹੈ। ਵਿਚਰਨ ਇਨ ਤੇ ਠੀਕ ਨੀਕ ਨ ਮਾਨੀ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਉਮਰ, ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਉਮਰ ਚੋਂ 6 ਉਵਰੇ ਦਿੱਤੀ ਸੀ, ਤੇ ਪ੍ਰਿਥੀ ਚੰਦ ਜਾਣਦਾ ਸੀ ਵੀ ਹੁਣ ਉਹ ਸਮਾਂ ਲੱਗ ਗਈ ਹੈ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਜੋਤੀ ਜੋਤ ਸਮਾਉਣ ਦਾ। ਤੇ ਮਨ ਵਿੱਚ ਵਿਚਾਰ ਕੀਤੀ ਵੀ ਹੁਣ ਇਹਨਾਂ ਤੋਂ ਦੂਰ ਹੋਣਾ ਚੰਗਾ ਨਹੀਂ ਹੈ। ਰਹੇ ਸਮੀਪ ਪ੍ਰੇਮ ਬਿਰਧਾਵੈ। ਤੇ ਜੇ ਮੈਂ ਇਥੋਂ ਚਲਾ ਗਿਆ ਤੇ ਅਰਜੁਨ ਦੇਵ ਜਾਂ ਮਹਾਦੇਵ ਜਾਂ ਕੋਈ ਹੋਰ ਦੂਜਾ ਤੀਜਾ ਸਿੱਖ ਜਿਹੜਾ ਇਹਨਾਂ ਦੇ ਕੋਲ ਰਹੇਗਾ ਤੇ ਇਹਨਾਂ ਨਾਲ ਮੋਹ ਕਰੇਗਾ, ਇਹਨਾਂ ਨਾਲ ਪ੍ਰੇਮ ਵਧਾ ਲਵੇਗਾ। ਦੂਰ ਬਸਾਂ ਕਬੇ ਹੂੰ ਚਿਤ ਆਵੈ। ਤੇ ਜੇ ਮੈਂ ਇਥੋਂ ਦੂਰ ਲਾਹੌਰ ਚਲਾ ਗਿਆ ਫਿਰ ਕਿੰਨੇ ਯਾਦ ਕਰਨਾ ਮੈਨੂੰ, ਉੱਥੇ ਗਿਆ ਚਲਾ ਦਿਸਿਆ ਹੀ ਨਾ ਪਿਤਾ ਜੀ ਨੂੰ, ਫਿਰ ਪ੍ਰਿਥੀ ਚੰਦ ਨੂੰ ਕਿੰਨੇ ਜਾਣਨਾ। ਇਸ ਤਰ੍ਹਾਂ ਮਨ ਵਿੱਚ ਵਿਚਾਰਾਂ ਕਰਦਾ ਹੈ। ਰਹਿ ਸਹੋਦਰ ਪਿਤ ਕੇ ਪਾਸ। ਤੇ ਜੇ ਮੈਂ ਚਲਾ ਗਿਆ ਇੱਥੋਂ ਤੇ ਸਾਡੇ ਭਰਾ ਤਾਂ ਮੇਰੇ ਜਿਹੜੇ ਆ ਉਹ ਅਰਜੁਨ ਦੇਵ ਜਾਂ ਮਹਾਦੇਵ, ਉਹ ਮਹਾਦੇਵ ਜੀ ਦਾ ਸੁਭਾਅ ਤੋਂ ਜਾਣੂ ਸੀ ਬਾਬਾ ਪ੍ਰਿਥੀ ਚੰਦ ਵੀ ਉਹ ਦੀਵਾਨੇ ਮਸਤਾਨੇ ਹੀ ਆ। ਅਰਜੁਨ ਦੇਵ ਜੀਆਂ ਨੂੰ ਬੀਬੀ ਭਾਨੀ ਜੀ ਦਾ ਵੀ ਬਹੁਤ ਪ੍ਰੇਮ ਸੀ, ਬਾਕੀ ਸਤਿਕਾਰ ਬਹੁਤ ਕਰਦੇ ਸੀ ਬੀਬੀ ਭਾਨੀ ਜੀ ਦਾ। ਗੁਰੂ ਅਰਜਨ ਦੇਵ ਜੀ ਜਿਵੇਂ ਬੀਬੀ ਭਾਨੀ ਜੀ ਕਹਿੰਦੇ ਸੀ, ਉਹ ਮਾਤਾ ਦੇ ਬਚਨਾਂ ਤੇ ਹੀ ਪੂਰੇ ਉਤਰਦੇ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਤੋ ਇਸ ਤਰ੍ਹਾਂ ਫਿਰ ਇਹ ਜਾਣਦਾ ਸੀ ਵੀ ਵਰਦਾਨ ਵੀ ਕੁਝ ਹੋਏ ਆ, ਦੋਹੇ ਥਾ ਬਾਣੀ ਕਾ ਬੋਹੇ ਥਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਹੁਤਾ ਭੈ ਖਾਂਦਾ ਸੀ ਪ੍ਰਿਥੀ ਚੰਦ ਵੀ ਕਿਤੇ ਗੁਰਤਾਏ ਨਾ ਲੈ ਜਾਣ। ਇਸ ਲਈ ਵਿਚਾਰਦਾ ਵੀ ਸਾਡਾ ਜਾਣਾ ਯੋਗ ਨਹੀਂ ਹੈ। ਜੇ ਅਰਜੁਨ ਦੇਵ ਅੱਗੇ ਆ ਗਏ,
ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਨਾਲ ਪ੍ਰੇਮ ਵਧਾ ਗਏ ਤਾਂ ਸੰਗਤ ਕੇ ਨਿਤ ਨਏ ਹੁਲਾਸ। ਤੇ ਬਾਕੀ ਇੱਥੇ ਸੰਗਤਾਂ ਆਉਂਦੀਆਂ, ਨਿਤ ਉਤਸ਼ਾਹ ਸੰਗਤਾਂ ਦਾ ਵੇਖਣ ਨੂੰ ਮਿਲਦਾ ਹੈ। ਦਰਬ ਸੰਭਾਰਨ ਮੈਂ ਸਭ ਕਰੇ ਹਾਂ। ਤੇ ਸਾਰਾ ਸੰਗਤਾਂ ਦਾ ਆਇਆ ਹੋਇਆ ਧਨ ਵੀ ਮੈਂ ਸਾਂਭਦਾ ਹਾਂ। ਇਹ ਵੀ ਰੌਲਾ ਸੀਗਾ ਵੀ ਮਾਇਆ ਇਹ ਕੋਈ ਹੋਰ ਨਾ ਲੈ ਜਾਵੇ। ਤੋ ਧਨ ਜਿਹੜਾ ਆਉਂਦਾ, ਸੰਗਤਾਂ ਮੱਥਾ ਟੇਕਦੀਆਂ, ਭੇਟਾ ਹੁੰਦੀ ਹੈ, ਹੋਰ ਕੋਈ ਜਿਹੜੀ ਮਹਾਰਾਜ ਨੂੰ ਭੇਟਾ ਆਉਂਦੀ ਹੈ, ਉਹ ਸਾਰੀ ਦੀ ਸਾਰੀ ਮੈਂ ਸਾਂਭਣੀ ਸਾਂਭਦਾ ਹਾਂ। ਕਿਤਕ ਪ੍ਰਿਥਕ ਕਰ ਨਿਜ ਕਰ ਧਰਿਆ। ਤੇ ਕਿੰਨੀ ਕੁ ਮੈਂ ਪਹਿਲਾਂ ਹੀ ਅੱਡ ਕਰਕੇ ਰੱਖ ਲੈਣਾ ਹਾਂ। ਉਹ ਮਨ 'ਚ ਵਿਚਾਰਦਾ ਪ੍ਰਿਥੀ ਚੰਦ ਵੀ ਜੇ ਮੈਂ ਗਿਆ ਚਲਾ ਤੇ ਸਾਰੀ ਮਾਇਆ ਹੀ ਉਸ ਲੱਗੀ ਜਾਣੀ ਆ। ਮਹਾਰਾਜ ਨੇ ਜਿੱਧਰ ਸਿੱਖ ਲਾਉਣਗੇ ਉਹ ਲੱਗੀ ਜਾਵੇਗੀ। ਵੀ ਹੁਣ ਤਾਂ ਮੈਂ ਇੱਥੇ ਆ ਤੇ ਮਾਇਆ ਅੱਧੀ ਕੁ ਮੈਂ ਵੱਖ ਕਰਕੇ ਅੱਡ ਰੱਖ ਲੈਣਾ, ਆਪਣੇ ਘਰ ਵਿੱਚ ਲੁਕੋ ਲੈਂਦਾ ਹਾਂ। ਅਬ ਲਗ ਮੈਂ ਮਾਲਕ ਸਭ ਭੇਟਨ। ਤੇ ਜਿੰਨੀ ਭੇਟਾ ਮੈਂ ਜੋੜੀ ਆ ਜਾਂ ਇੱਥੇ ਆਉਂਦੀ ਹੁਣ ਤੀਕਰ ਤਾਂ ਮੈਂ ਹੀ ਇਹ ਸਾਰੇ ਕਾਸੇ ਦਾ ਮਾਲਕ ਹਾਂ। ਆਵਹਿ ਨਿਤ ਸੋ ਕਰਹਾ ਸਮੇਟਨ। ਤੇ ਜਿੰਨੀ ਮਾਇਆ ਆਉਂਦੀ ਮੈਂ ਸਾਰੀ ਲਪੇਟੀ ਜਾਂਦਾ। ਜਿੰਨਾ ਵੀ ਇੱਥੇ ਧਨ ਆਉਂਦਾ ਹੈ, ਇਹ ਸਾਰੇ ਦਾ ਸਾਰਾ ਧਨ ਮੈਂ ਸਾਂਭੀ ਜਾਂਦਾ ਹਾਂ। ਵੱਡੇ ਥਾਨ ਸੁਨ ਅਸੀਸ ਨਿਵਾਇਆ। ਤੇ ਇਸ ਤਰ੍ਹਾਂ ਜਿਹੜਾ ਹੈ ਵੱਡੇ ਜਾਣ ਕੇ ਬਾਬਾ ਸੰਘਾਰੀ ਮੱਲ ਜੀਆਂ ਨੂੰ, ਤਾਇਆ ਜਾਣ ਕੇ ਪ੍ਰਿਥੀ ਚੰਦ ਜੀਆਂ ਨੇ ਸੀਸ ਨਵਾਇਆ, ਮੱਥਾ ਟੇਕਿਆ ਹੈ। ਚਿਰ ਜੀ ਵਹ ਆਸਿਖ ਕੋ ਪਾਇਆ। ਤੇ ਮਨ ਵਿੱਚ ਉਹ ਜਿਹੜੇ ਜਦੋਂ ਇਹਨਾਂ ਮੱਥਾ ਟੇਕਿਆ ਤੇ ਫਿਰ ਬੋਲੇ ਹੈ ਬਾਬਾ ਸੰਘਾਰੀ ਮੱਲ ਤਾਇਆ ਜੀ, ਉਹਨਾਂ ਕਿਹਾ ਭਾਈ ਲੰਮੀ ਉਮਰ ਮਾਣੋ। ਇਸ ਤਰ੍ਹਾਂ ਦੇ ਆਸ਼ੀਰਵਾਦ ਪ੍ਰਿਥੀ ਚੰਦ ਨੂੰ ਦਿੱਤੇ ਹੈ। ਕਿਤਕ ਕਾਲ ਹੋਏ ਮਾਨ ਵਿਚਾਰੈ। ਤੇ ਕੁਝ ਕੁ ਸਮਾਂ ਤਾਂ ਚੁੱਪ ਰਹੇ ਹੈ ਪ੍ਰਿਥੀ ਚੰਦ ਜੀ, ਤੇ ਗੁਰੂ ਰਾਮਦਾਸ ਮਹਾਰਾਜ ਜੀ ਵੀ ਚੁੱਪ ਹੋ ਗਏ, ਸਭ ਚੁੱਪ ਹੋ ਗਏ ਹਨ। ਮਮ ਪਾਛੈ ਸਭ ਪ੍ਰਾਤ ਸੰਭਾਰੈ। ਤੇ ਮਨ ਵਿੱਚ ਇਹੀ ਵਿਚਾਰ ਮੁੜ ਆਈ ਜਾਂਦੀ ਪ੍ਰਿਥੀ ਚੰਦ ਦੇ ਵੀ ਜੇ ਮੈਂ ਇੱਥੋਂ ਚਲਾ ਗਿਆ ਲਾਹੌਰ, ਕੀ ਪਤਾ ਕਦੋਂ ਮਹਾਰਾਜ ਨੇ ਸੱਦਣਾ, ਕਦੋਂ ਆਇਆ ਜਾਣਾ, ਕਿਉਂਕਿ ਪਹਿਲਾਂ ਵਿਆਹ ਵੀ ਲੰਬੇ ਹੀ ਸੀ ਨਾ, ਕਿੰਨੇ ਦਿਨ ਲੱਗ ਜਾਣੇ ਆ। ਤੇ ਮਗਰੋਂ ਕਿਤੇ ਨਾ ਹੋਵੇ ਗੁਰਤਾ ਤੋਂ ਲੈ ਆ ਪੈਸਾ ਧੇਲਾ ਮਾਇਆ ਸਭ ਸ਼੍ਰੀ ਅਰਜਨ ਦੇਵ ਸਾਂਭ ਜਾਣ, ਮੇਰੇ ਭਰਾ ਸਾਂਭ ਲੈਣ। ਸਰਬਕਾਰ ਕੀ ਸੁਧ ਕੋ ਪਾਵਹਿ। ਤੇ ਉਹ ਸਾਰਾ ਭੇਤ ਲੈ ਲੈਣਗੇ ਵੀ ਕੰਮ ਐ ਕਰੀਦਾ, ਕਿਉਂਕਿ ਉਹ ਤਾਂ ਇਹ ਭੇਦ ਆਉਣ ਨਹੀਂ ਸੀ ਦਿੰਦਾ ਕਿਸੇ ਨੂੰ। ਪ੍ਰਿਥੀ ਚੰਦ ਆਪ ਹੀ ਕਰਦਾ ਸੀ ਸਾਰੇ ਕੰਮ ਅੱਗੇ ਹੋ ਕੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਹੀਂ ਪਤਾ ਸੀ ਵੀ ਕਿੱਥੋਂ ਧਨ ਆਉਂਦਾ ਕਿੱਥੋਂ ਨਹੀਂ ਆਉਂਦਾ। ਤੋ ਮਹਾਦੇਵ ਜੀ ਤਾਂ ਹੈ ਹੀ ਮਸਤ ਸਨ। ਤੋ ਇਹ ਚਾਹੁੰਦਾ ਸੀ ਵੀ ਕਿਸੇ ਨੂੰ ਭੇਦ ਹੀ ਨਾ ਲੱਗੇ, ਵੀ ਸਭ ਨੂੰ ਐ ਹੋ ਵੀ ਇਸ ਪ੍ਰਬੰਧ ਮੈਂ ਹੀ ਚਲਾ ਸਕਦਾ, ਪ੍ਰਿਥੀ ਚੰਦ ਹੀ ਚਲਾ ਸਕਦਾ ਹੈ, ਹੋਰ ਕੋਈ ਪ੍ਰਬੰਧ ਨਹੀਂ ਚਲਾ ਸਕਦਾ। ਇਹ ਮਨ ਵਿੱਚ ਵਿਚਾਰ ਕਰਦਾ ਵੀ ਫਿਰ ਉਹ ਸਾਰੇ ਕਾਰ ਦੀ ਸੁੱਧ ਖਬਰ ਇਹਨਾਂ ਨੂੰ ਲੱਗ ਜਾਵੇਗੀ ਵੀ ਅੱਗੇ ਤਾਂ ਮਾਇਆ ਇੰਨੀ ਆਉਂਦੀ ਹੈ, ਹੁਣ ਧਨ ਕਿਉਂ ਵੱਧ ਗਿਆ ਹੈ, ਜਿਹੜਾ ਵੀ ਹੁਣ ਸਾਂਭੇਗਾ। ਇਹ ਸਪਸ਼ਟ ਹੋ ਜਾਵੇਗਾ ਵੀ ਪ੍ਰਿਥੀ ਚੰਦ ਧਨ ਵੀ ਲੁਕਾਉਂਦਾ ਹੈ। ਸਿੰਚਹਿ ਦਰਬ ਪਿਤਾ ਮਨ ਭਾਵਹਿ। ਤੇ ਇਸ ਤਰ੍ਹਾਂ ਫਿਰ ਪਿਤਾ ਜੀ ਨੂੰ ਮੈਂ ਚੰਗਾ ਲੱਗਦਾ ਹਾਂ, ਇੱਥੇ ਨਾਲੇ ਪੈਸੇ ਇਕੱਠੇ ਕਰੀ ਜਾਈਦੇ, ਲਪੇਟਾ ਮਾਰੀ ਦਾ, ਮਾਇਆ ਲੁਕੋ ਲਈਦੀ ਹੈ, ਤੇ ਨਾਲੇ ਗੁਰੂ ਰਾਮਦਾਸ ਮਹਾਰਾਜ ਜੀ ਵੀ ਮੇਰੇ ਤੇ ਨਿਗਾਹ ਰੱਖਦੇ ਤੇ ਮੈਂ ਉਹਨਾਂ ਨੂੰ ਚੰਗਾ ਲੱਗਦਾ। ਉਹ ਵੀ ਸੋਚਦੇ ਮਨ ਵਿੱਚ ਵੀ ਬੜਾ ਮੇਰਾ ਨੇਕ ਪੁੱਤਰ ਪ੍ਰਿਥੀ ਚੰਦ ਹੈ। ਬਾਹਰੋਂ ਮੈਂ ਪਰ ਜਾਉ ਪਿਛਾਰੀ। ਤੇ ਜੇ ਅਸੀਂ ਲਾਹੌਰ ਗਏ ਚਲੇ ਸਮਾਂ ਲੱਗ ਜਾਣਾ ਤੇ ਅੱਗੇ ਕੋਈ ਹੋਰ ਆ ਜਾਣਾ ਹੈ ਤੇ ਮੈਂ ਪਿੱਛੇ ਹੋ ਜਾਵਾਂਗਾ। ਲਾਗ ਪ੍ਰਾਤਾ ਹੋਏ ਜਾਹੇ ਅਗਾਰੀ। ਤੇ ਛੋਟੇ ਭਰਾਤਾ ਸ਼੍ਰੀ ਅਰਜੁਨ ਦੇਵ ਜੀ ਇਹ ਅੱਗੇ ਲੰਘ ਜਾਣੇ ਹਨ, ਸਿਆਣੇ ਆ। ਧਨ ਗੁਰਤਾ ਆਦਿਕ ਮਹਿ ਸਾਰੇ। ਉਹ ਕਾਹਦੇ ਚ ਅੱਗੇ ਲੱਗ ਜਾਣੇ, ਪੈਸਾ ਵੀ ਲੈ ਜਾਣਗੇ ਸਾਰਾ। ਚਾਹੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਬਿਰਤੀ ਐਸੀ ਨਹੀਂ, ਪਰ ਉਹ ਫਿਰ ਉਡਤੇ ਕੁੜਤਾ ਮਿਲੇ ਜਾਓ ਜੋ ਮਨ ਦੇਖੈ ਪਰ ਮਨ ਤੈਸਾ, ਜੈਸੀ ਮਨਸਾ ਤੈਸੀ ਦਸਾ। ਉਹ ਆਪਦੇ ਮਨ ਵਿੱਚ ਜੋ ਹੈ ਫਿਰ ਅੱਗੇ ਉਹੋ ਜਿਹੀ ਦੀਦੇ ਆ ਸਾਰੇ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਦਾ ਵੀ ਮਾਇਆ ਵੀ ਅਰਜਨ ਦੇਵ ਜੀ ਨੇ ਲੈ ਜਾਣੀ ਹੈ। ਇਹ ਨਾ ਹੋਵੇ ਵੀ ਗੁਰਤਾ ਸਿੰਘਾਸਣ ਤਿਲਕ ਵੀ ਸ਼੍ਰੀ ਅਰਜਨ ਦੇਵ ਜੀ ਨੂੰ ਮਹਾਰਾਜ ਦੇ ਦੇਵਣ। ਹੈ ਸੰਸਾ ਕੋ ਲੀਅ ਨ ਸੰਭਾਰੈ। ਤੇ ਇਹ ਸੰਸਾ ਨਹੀਂ, ਇਸ ਵਿੱਚ ਕੋਈ ਵੀ ਨਾ ਸਾਂਭ ਸਕਣਗੇ। ਯੋਗ ਵੀ ਹੈ ਫਿਰ ਸ਼੍ਰੀ ਅਰਜਨ ਦੇਵ ਜੀ ਇਹਨਾਂ ਸਭ, ਜੇ ਮਹਾਰਾਜ ਨੇ ਹੱਥ ਰੱਖ ਦਿੱਤਾ ਤੇ ਸ਼੍ਰੀ ਅਰਜਨ ਦੇਵ ਜੀ ਸਾਂਭਣ ਦੇ ਵੀ ਯੋਗ ਹਨ, ਸਾਰੇ ਗੁਣ ਹਨ। ਗੁਰ ਘਰ ਮਹਿ ਨਿਸਚੈ ਨਹਿ ਕੋਈ। ਬਾਕੀ ਗੁਰੂ ਘਰ ਵਿੱਚ ਪ੍ਰਿਥੀ ਚੰਦ ਕਹਿੰਦਾ ਕੀ ਭਰੋਸਾ, ਮਹਾਰਾਜ ਦਾ ਕਿਹੜਾ ਪ੍ਰੇਮ ਆ ਕਿਸੇ ਨਾਲ, ਜਿਹਦੇ ਤੇ ਮਿਹਰ ਹੁੰਦੀ ਹੈ ਉਸੇ ਨੂੰ ਗੁਰਤਾ ਦੇ ਦਿੰਦੇ ਆ। ਭਾਈ ਲਹਿਣਾ ਜੀ ਉਹ ਵੀ ਸੇਵਕ ਸਨ, ਸ਼੍ਰੀ ਅਮਰਦਾਸ ਜੀ ਵੀ ਸੇਵਕ ਸੀ, ਸਾਡੇ ਪਿਤਾ ਵੀ ਸੇਵਕ ਸੀ। ਵੀ ਇਹ ਜ਼ਰੂਰੀ ਨਹੀਂ ਵੀ ਪੁੱਤ ਨੂੰ ਹੀ ਮਿਲਣੀ ਹੈ। ਪ੍ਰਿਥੀ ਚੰਦ ਜਾਣਦਾ ਇਹ ਗੱਲ ਚੰਗੀ ਤਰ੍ਹਾਂ। ਲੇਤ ਅਪਰ ਅਧਿਕਾਰ ਨ ਜੋਈ। ਤੇ ਇਹਦੇ ਤੇ ਕਿਸੇ ਦਾ ਅਧਿਕਾਰ ਨਹੀਂ ਹੈ ਗੁਰਤਾ ਤੇ। ਪ੍ਰਿਥੀ ਚੰਦ ਮਨ ਚ ਵਿਚਾਰਦਾ
ਜਿਹੜਾ ਮਹਾਰਾਜ ਨੂੰ ਕਿਤੇ ਭਾ ਗਿਆ, ਚੰਗਾ ਲੱਗਿਆ, ਕਸਵੱਟੀ ਤੇ ਉਤਰ ਗਿਆ, ਮਹਾਰਾਜ ਨੇ ਉਸੇ ਨੂੰ ਇਹ ਤਿਲਕ ਜਿਹੜਾ ਵਾ ਗੁਰਤਾ ਬਖਸ਼ ਦੇਣੀ ਹੈ। ਸੇਵਾ ਹੇਰਤ ਹੋਏ ਪ੍ਰਸੰਨ, ਕਿਉਂਕਿ ਗੁਰੂ ਰਾਮਦਾਸ ਜੀ ਤਾਂ ਸੇਵਾ ਵੇਖ ਵੇਖ ਕੇ ਹੀ ਖੁਸ਼ ਹੁੰਦੇ ਆ, ਨਿਜ ਅਸਥਾਨ ਬਿਠਾਵਹਿ ਅੰਨ। ਤੇ ਹੋਰ ਕਿਸੇ ਨੂੰ ਬਿਠਾ ਦੇਣਗੇ। ਜੇ ਕੋਈ ਸੇਵਾ ਵਿੱਚ ਪੂਰਾ ਉਤਰਿਆ ਤੇ ਗੁਰੂ ਰਾਮਦਾਸ ਜੀ ਕਿਸੇ ਹੋਰ ਨੂੰ ਸਿੰਘਾਸਣ ਤੇ ਬਿਠਾ ਦੇਣਗੇ। ਇਤਿਆਦਿਕ ਔਰ ਤਰਕ ਵਿਚਰਕੈ, ਇਸ ਤੋਂ ਇਲਾਵਾ ਮਨ ਵਿੱਚ ਬਹੁਤ ਤਰਕਾਂ ਦੀਆਂ ਬਾਬਾ ਪ੍ਰਿਥੀ ਚੰਦ ਜੀ ਕਰਦੇ ਹਨ, ਸਗਰੀ ਜੁਗਤਾ ਜੁਗਤ ਨਿਹਰਕੈ। ਤੇ ਬੜਾ ਜੁਗਤੀ ਵਾਲਾ ਹੈ। ਚੰਗੀ ਤਰ੍ਹਾਂ ਮਨ ਵਿੱਚ ਸਾਰੀ ਗੱਲ ਨੂੰ ਤੋਲ ਮੋਲ ਕੇ ਵੀ ਨਹੀਂ ਸਾਡਾ ਜਾਣਾ ਯੋਗ ਨਹੀਂ ਬਣਦਾ, ਉਹ ਦੁਬਦਾ ਐਨ ਚੰਗੀ ਤਰ੍ਹਾਂ ਨਿਤਾਰਾ ਜਦੋਂ ਕੱਢ ਕਰਕੇ ਗਰੀਬ ਨੀਵ ਕਰ ਰਹਿਓ ਵਿਚਾਰਤ, ਤੇ ਚੰਗੀ ਜੁਗਤੀ ਵਿਚਾਰ ਕੇ ਚੰਗਾ ਮਾੜਾ ਵੀ ਮੇਰਾ ਫਾਇਦਾ ਕਿਹਦੇ ਵਿੱਚ ਆ। ਤੋ ਬੋਲੇ ਕੁਝ ਨਹੀਂ, ਪਹਿਲਾਂ ਖੜੇ ਰਹੇ ਪ੍ਰਿਥੀ ਚੰਦ ਜੀ, ਬੋਲੇ ਹੀ ਨਾ ਕਿੰਨਾ ਸਮਾਂ, ਫਿਰ ਧੌਣ ਜੀ ਨੀਵੀਂ ਕਰ ਲਈ ਹੈ ਤੇ ਫਿਰ ਹੌਲੀ ਜਿਉਂ ਬੋਲਦੇ ਆ। ਪੁਨ ਸ਼੍ਰੀ ਗੁਰਪਿਤ ਸੰਗ ਉਚਾਰਤ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਐਂ ਬੋਲਦੇ ਪ੍ਰਿਥੀ ਚੰਦ ਜੀ, ਆਪ ਬਿਲੋਕਤ ਹੋ ਸਭ ਸਮੈ। ਕਹਿੰਦੇ ਆ ਮਹਾਰਾਜ ਵੀ ਆਪ ਜਾਣਦੇ ਹੀ ਹੋ ਪਿਤਾ ਜੀ, ਸਾਰੇ ਸਮੇਂ ਮੈਨੂੰ ਵੇਖਦੇ ਹੀ ਹੋ ਇੱਥੇ ਸੇਵਾ ਕਰਦੇ ਨੂੰ, ਰਹਿਤ ਕਾਜ ਜਿਸ ਬਿਦ ਕੇ ਹਮੈ। ਵੀ ਮੈਂ ਜਿਸ ਤਰ੍ਹਾਂ ਰਹਿਣਾ ਕੰਮਕਾਰ ਵਿੱਚ ਰੁੱਝਿਆ, ਮਹਾਰਾਜ ਜੀ ਤੁਹਾਨੂੰ ਭੁੱਲ ਥੋੜੀ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਮੈਂ ਕਿਵੇਂ ਇੱਥੇ ਸਾਰਾ ਦਿਨ ਕੰਮਕਾਰ ਵਿੱਚ ਰੁੱਝਿਆ ਰਹਿੰਦਾ ਹਾਂ। ਦੇਨ ਲੈਣ ਨਿਤ ਹੋਤ ਹਜ਼ਾਰਨ, ਦੇਣ ਨਹੀਂ, ਦੇਣ ਲੈਣ ਭਾਵ ਜਿਹੜਾ ਦੇਣਾ ਹੈ ਲੈਣਾ ਹੈ ਉਹਦਾ ਸਾਰਾ ਜਿਹੜਾ ਵਾ ਉਹ ਫਿਕਰ ਮੈਨੂੰ ਰਹਿੰਦਾ ਹੈ। ਕੁਝ ਮਾਇਆ ਸੰਗਤਾਂ ਦੀ ਲੈਣੀ, ਉਹਨੂੰ ਅੱਗੇ ਲਾਉਣਾ ਕਿੱਥੇ, ਉਹ ਦੇਣ ਲੈਣ ਖਰਚਾ ਜਿਹੜਾ ਸਾਰਾ, ਉਹ ਸਾਰੇ ਦਾ ਸਾਰਾ ਜਿਹੜਾ ਵਾ ਉਹ ਹਜ਼ਾਰਾਂ ਦਾ ਹੋ ਜਾਂਦਾ ਹੈ। ਇੱਕ ਆਵਤ ਇੱਕ ਕਰਤ ਪਧਾਰਨ, ਤੇ ਕੋਈ ਸੰਗਤ ਆਈ ਜਾਂਦੀ ਹੈ ਭੇਟਾ ਲੈ ਲੈ ਕੇ, ਕੋਈ ਜਾਈ ਜਾਂਦੇ ਹੈ, ਖਰਚਾ ਬਹੁਤ ਆਉਂਦਾ ਹੈ ਮਹਾਰਾਜ, ਫਿਰ ਸਾਰਾ ਕਾਰੋਬਾਰ ਸਾਂਭਣਾ ਹੁੰਦਾ ਹੈ। ਖਰਚ ਦੇਗ ਕੋ ਸਦਾ ਸੰਭਾਰਤ, ਤੇ ਮਹਾਰਾਜ ਮੈਂ ਸਾਰੀ ਦੇਗ ਦਾ ਲੰਗਰ ਦਾ ਖਰਚਾ ਵੀ ਸਾਂਭਣਾ ਹੁੰਦਾ, ਫਿਰ ਵੇਖਣਾ ਪੈਂਦਾ ਵੀ ਕਿਹੜੀ ਵਸਤੂ ਦੀ ਘਾਟ ਹੈ, ਕਿਉਂਕਿ ਸੰਗਤ ਬਹੁਤ ਆਉਂਦੀ ਹੈ। ਲੈ ਕਰ ਅੰਨ ਰਾਸ ਕੋ ਡਾਰਤ, ਸੰਗਤਾਂ ਫਿਰ ਜਦੋਂ ਆਉਂਦੀਆਂ ਕੋਈ ਅੰਨ ਜਾਂ ਕੋਈ ਹੋਰ ਕੋਈ ਵਸਤੂ ਥੁੜਦੀ ਹੈ ਤੇ ਮੈਂ ਦਵਾ ਫਿਰ ਬਾਜ਼ਾਰੋਂ ਲਿਆ ਕਰਕੇ ਉਹ ਭੰਡਾਰਿਆਂ ਵਿੱਚ ਫਿਰ ਦੁਬਾਰਾ ਲਿਆ ਪਾਈ ਦੀ ਦਾਲ ਚੌਲ ਆਦਿਕ। ਕਿਸ ਛਿਨ ਮਮ ਅਵਕਾਸ਼ ਨ ਜਾਨੋ, ਤੇ ਇਸ ਕਰ ਸੱਚੇ ਪਾਤਸ਼ਾਹ ਜੀ ਮੈਨੂੰ ਤਾਂ ਤੁਸੀਂ ਵਿਹਲਾ ਹੀ ਨਾ ਜਾਣੋ, ਮੈਂ ਤਾਂ ਕਿਸੇ ਵਕਤ ਵੀ ਵਿਹਲਾ ਨਹੀਂ ਹਾਂ। ਇਹ ਪ੍ਰਿਥੀ ਚੰਦ ਕਹਿੰਦੇ ਆ, ਮੇਰੇ ਕੋਲ ਤਾਂ ਮਾਰੇ ਸਿਰ ਖੁਰਕਣ ਦੀ ਵੇਲ ਨਹੀਂ ਹੈ, ਕਿਸੇ ਸਮੇਂ ਵੀ ਮੈਨੂੰ ਵਿਹਲਾ ਨਾ ਜਾਣੋ ਜੀ। ਕੈਸੇ ਬਨਹਿ ਤਮਾਮ ਮਮ ਜਾਨੋ, ਤੇ ਫਿਰ ਦੱਸੋ ਜਦੋਂ ਮੈਂ ਵਿਹਲਾ ਹੀ ਨਹੀਂ, ਮਹਾਰਾਜ ਐਡਾ ਪ੍ਰਬੰਧ ਭਾਰ ਮੇਰੇ ਮੋਢਿਆਂ ਤੇ ਹੈ, ਤੇ ਫਿਰ ਮੇਰਾ ਉੱਥੇ ਜਾਣਾ ਦੱਸੋ ਕਿਵੇਂ ਬਣਦਾ ਹੈ। ਸਤਿਗੁਰ ਕਹਿਓ ਸੰਭਾਰ ਹੈ ਔਰ, ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕੋਈ ਨਾ ਪ੍ਰਿਥੀ ਚੰਦ ਜੀ ਚਲੇ ਜਾਓ, ਕੋਈ ਹੋਰ ਸਾਂਭ ਲਵੇਗਾ, ਇੱਥੇ ਬਥੇਰੇ ਸਿੱਖ ਹੈ, ਕੋਈ ਹੋਰ ਸਾਰੀ ਕਾਰ ਸੇਵਾ ਸਾਂਭ ਲਵੇਗਾ। ਤੁਮਕੋ ਉਚਿਤ ਗਮਨ ਤਿਸ ਠਾਰ, ਤੇ ਅਸੀਂ ਤਾਂ ਕਹਿੰਦੇ ਤੁਸੀਂ ਵੱਡੇ ਸਾਡੇ ਸਾਹਿਬਜ਼ਾਦੇ ਹੋ, ਤੁਹਾਡਾ ਉੱਥੇ ਜਾਣਾ ਉਚਿਤ ਚੰਗਾ ਹੈ, ਯੋਗ ਹੈ। ਪਿਤ ਜੀ ਤੁਮ ਹੋਵੇ ਪਰਵਾਹੂ, ਤੇ ਫਿਰ ਜਦੋਂ ਪਤਾ ਲੱਗਿਆ ਵੀ ਐ ਮਹਾਰਾਜ ਕਹਿੰਦੇ ਆ, ਫਿਰ ਔਖਾ ਜਾ ਹੋ ਕੇ ਬੋਲਿਆ, ਕਹਿੰਦਾ ਮਹਾਰਾਜ ਤੁਹਾਡਾ ਕੀ ਹੈ, ਤੁਸੀਂ ਤਾਂ ਬੇਪਰਵਾਹ ਹੋ, ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ, ਜਿੱਥੇ ਸੜ ਜਾਂਦੇ ਹੋ ਕਿੰਨਾ ਕਿੰਨਾ ਸਮਾਂ ਸਜੇ ਰਹਿੰਦੇ ਹੋ, ਕਿੰਨਾ ਕਿੰਨਾ ਸਮਾਂ ਸਮਾਧੀ 'ਚ ਬੈਠੇ ਰਹਿੰਦੇ ਹੋ, ਕੋਈ ਆਉਂਦਾ ਹੈ ਕੋਈ ਜਾਂਦਾ ਹੈ, ਕਿਸੇ ਨੂੰ ਸਾਂਭਣਾ ਕਿਵੇਂ ਹੈ, ਮਹਾਰਾਜ ਤੁਹਾਨੂੰ ਕੀ ਪਤਾ, ਤੁਸੀਂ ਤਾਂ ਬੇਪਰਵਾਹ ਹੋ। ਹਾਨ ਨ ਲਾਭ ਲਖਾ ਮਨ ਮਾਹੂ, ਤੁਹਾਨੂੰ ਕੋਈ ਹਾਨ ਲਾਭਦਾ ਨਹੀਂ, ਵੀ ਇੱਥੇ ਮੈਂ ਚਲਾ ਜਾਵਾਂਗੇ ਤੇ ਕਿੱਡਾ ਨੁਕਸਾਨ ਹੋ ਜਾਣਾ, ਤੇ ਤੁਹਾਨੂੰ ਤਾਂ ਮਹਾਰਾਜ ਬੇਪਰਵਾਹਾਂ ਨੂੰ ਕੋਈ ਪਤਾ ਨਹੀਂ ਵੀ ਕੀ ਨੁਕਸਾਨ ਹੁੰਦਾ, ਕੀ ਫਾਇਦਾ ਲਾਭ ਮੈਂ ਇੱਥੇ ਤੁਹਾਨੂੰ ਦਿਵਾਉਂਦਾ ਹਾਂ। ਮੁਝ ਤੇ ਜਾਇਓ ਜਾਇ ਨਾ ਤਹਾਂ, ਇਸ ਕਰਕੇ ਮਹਾਰਾਜ ਦੋ ਟੂਕ ਬਾਤ ਹੈ ਵੀ ਮੈਥੋਂ ਨਹੀਂ ਜਾਇਆ ਜਾਂਦਾ, ਮੈਂ ਲਾਹੌਰ ਨਹੀਂ ਜਾਵਾਂਗਾ। ਨਿਤ ਮਗ ਤਾਮਸ ਹੋਵਤ ਮਹਾ, ਬਾਕੀ ਮਹਾਰਾਜ ਉੱਥੇ ਜਾਵਾਂਗੇ, ਉਹ ਰਸਤੇ ਵਿੱਚ ਜਿਹੜਾ ਵਾ ਤੁਰਦਿਆਂ ਤਰਾਉਂਦਿਆਂ ਮਹਾਰਾਜ ਸੱਚੇ ਪਾਤਸ਼ਾਹ ਗਰਮੀ ਬਹੁਤ ਹੈ, ਤੇ ਮੇਥੋਂ ਨਹੀਂ ਮਹਾਰਾਜ ਚੱਲਿਆ ਜਾਣਾ, ਇੰਨੀ ਦੂਰ ਜਾਇਆ ਜਾਣਾ। ਮਹਾ ਕੋਲਾਹਲ ਬੀਚ ਬਰਾਤ, ਬਾਕੀ ਬਰਾਤ ਹੋਵੇਗੀ, ਜਾਣੀ ਹੈ ਚੜ੍ਹਨੀ ਹੈ, ਉੱਥੇ ਕਿੰਨਾ ਵਿਵਾਹਾਂ ਵਿੱਚ ਸਤਿਗੁਰੂ ਲੌਲਾ ਹੁੰਦਾ ਹੈ। ਮੋਹੇ ਸੁਹਾਏ ਨਾ ਰਹਿ ਚਿਤ ਸ਼ਾਂਤ, ਤੇ ਮੈਂ ਥੋੜਾ ਚਿੱਤ ਸ਼ਾਂਤ ਚਿੱਤ ਵਾਲਾ ਹਾਂ, ਇਸ ਕਰਕੇ ਮਹਾਰਾਜ ਮੇਥੋਂ ਰੌਲੇ ਗੌਲੇ ਵਿੱਚ ਰਿਹਾ ਨਹੀਂ ਜਾਂਦਾ,
ਮੈਂ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਚਿੱਤ ਸ਼ਾਂਤ ਬਿਰਤੀ ਵਾਲਾ ਹਾਂ। ਪ੍ਰਿਥਕ ਸੋ ਪ੍ਰਿਥਿਆ ਪ੍ਰਥਮ ਸੁਨਾਈ। ਤੇ ਇਸ ਤਰ੍ਹਾਂ ਉਹ ਅੱਡ ਹੋਣ ਵਾਲੀ ਗੱਲ ਪ੍ਰਿਥੀ ਚੰਦ ਜੀਆਂ ਨੇ ਸਤਿਗੁਰਾਂ ਨੂੰ ਸੁਣਾ ਦਿੱਤੀ ਹੈ। ਨਹਿ ਮਾਨਿਓ ਪਿਤ ਬਾਕਟ ਲਾਈ। ਤੋ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਵੈ ਮਹਿਮਾ ਨਾ ਜਾਣੀ ਤੇ ਪ੍ਰਿਥੀ ਚੰਦ ਜੀਆਂ ਨੇ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਬਚਨ ਨਹੀਂ ਮੰਨਿਆ, ਬਾਤ ਟਾਲ ਦਿੱਤੀ, ਜਵਾਬ ਦੇ ਦਿੱਤਾ ਹੈ। ਸੋਤ ਚਿਤ ਕੀ ਸਭ ਜਾਨ ਖੁਟਾਈ। ਗੁਰੂ ਰਾਮਦਾਸ ਮਹਾਰਾਜ ਜੀ ਅੰਤਰਜਾਮੀ ਹੈ, ਅੰਤਰਜਾਮੀ ਸਭ ਕੁਛ ਜਾਣੈ, ਉਸ ਤੇ ਕਹਾਂ ਛਪਾਇਆ। ਹੁਣ ਗੁਰੂ ਰਾਮਦਾਸ ਮਹਾਰਾਜ ਤੋਂ ਕੀ ਛੁਪਿਆ ਹੋਇਆ? ਇਹ ਪੁੱਤ ਦੀ ਜਿਹੜੀ ਖੁਟਾਈ ਹੈ ਨਾ, ਮਨ ਦਾ ਕੋੜ ਢਿੱਡ ਦਾ, ਗੁਰੂ ਰਾਮਦਾਸ ਜੀ ਮਹਾਰਾਜ ਜਾਣਦੇ ਹਨ। ਹੋਏ ਤੂਸ਼ਨ ਗੁਰ ਗੋਸਾਈ। ਤੇ ਮਹਾਰਾਜ ਬੋਲੇ ਨਾ, ਚੁੱਪ ਕਰ ਗਏ ਹਨ, ਸ਼ਾਂਤ ਹੋ ਗਏ ਐ। ਪੁਨ ਰਘ ਨੰਦਨ ਤੀਰ ਹਕਾਰੇ। ਫਿਰ ਮਹਾਰਾਜ ਜੀਆਂ ਸਿੱਖ ਭੇਜਿਆ ਵਿਚਕਾਰਲੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀਆਂ ਤਾਈਂ। ਪਰਖਤ ਕੋ ਆਇਸ ਅਨੁਸਾਰੇ। ਤੇ ਮਹਾਰਾਜ ਪਰਖਣਾ ਚਾਹੁੰਦੇ ਵੀ ਹੁਣ ਵੇਖੀਏ ਖਾਂ ਵੀ ਸਾਡੀ ਆਗਿਆ 'ਚ ਕਿਹੜਾ ਤਿੰਨਾਂ ਦੇ ਵਿੱਚੋਂ। ਸੱਚੇ ਪਾਤਸ਼ਾਹ ਜੀਆਂ ਪਰਖਣ ਵਾਸਤੇ ਫਿਰ ਮਹਾਦੇਵ ਜੀ ਵੀ ਬੁਲਾ ਲਏ ਤੇ ਧੰਨ ਗੁਰੂ ਅਰਜਨ ਦੇਵ ਜੀ ਵੀ ਬੁਲਾ ਲਏ ਆ। ਇਹਨਾਂ ਦੇ ਤਾਈਂ ਫਿਰ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਆਖਿਆ, ਬਾਬਾ ਮਹਾਦੇਵ ਜੀ ਵੀ ਉਹ ਕਹਿੰਦੇ ਮਹਾਰਾਜ ਕਿਹੜਾ ਰਿਸ਼ਤਾ, ਕਿਹੜੇ ਤਾਏ ਕਿਹੜੇ ਚਾਚੇ, ਇੱਥੇ ਕੌਣ ਕਿਸੇ ਦਾ। ਤੋ ਐਂ ਕਹਿ ਕੇ ਉਹ ਤਾਂ ਪੱਲਾ ਝਾੜ ਗਿਆ ਵੀ ਮਹਾਰਾਜ ਨਾ ਅਸੀਂ ਵਿਆਹ ਕਰਾਉਣਾ, ਕੋਈ ਸਾਡੇ ਨਾਂ ਆਵੇ, ਜਿਹਨੇ ਨਹੀਂ ਆਉਣਾ। ਅਸੀਂ ਜਿਹੜਾ ਵੈ ਇਸ ਕੰਮ ਤੋਂ ਪਰੇ ਆ, ਇਹ ਕੁਟੁੰਬ ਤੋਂ ਪਰਿਵਾਰਾਂ ਤੋਂ ਨਹੀਂ ਆਉਣਾ, ਸਾਡੇ ਪਾਸ ਨਾ ਆਵੇ, ਨਾ ਅਸੀਂ ਜਾਈਏ, ਨਾ ਸਾਡੇ ਕੋਈ ਆਵੇ। ਤੋ ਫਿਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਜੀ ਪਾਤਸ਼ਾਹ ਪ੍ਰੀਤਮ ਪਿਤਾ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਮੰਨਦੇ ਆ, ਲਾਹੌਰ ਜਾਂਦੇ ਆ, ਬੜਾ ਸਮਾਂ ਉੱਥੇ ਬਤੀਤ ਕਰਦੇ ਆ। ਉਹ ਸਾਰੀ ਕਥਾ ਜਿਵੇਂ ਆਉਂਦੀ ਹੈ ਅੱਗੇ ਉਹ ਸਾਰਾ ਪ੍ਰਸੰਗ ਆਪਾਂ ਪੜ੍ਹ ਸੁਣ ਲਵਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਗਰੀਬ ਨਵਾਜ ਆਪ ਸਭ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਸੱਚੇ ਪਾਤਸ਼ਾਹ ਦੀਨਾ ਬੰਧੂ ਇਹ ਜਿਹੜੀ ਕਥਾ ਹੈ ਉਹ ਨਿਰਵਿਘਨਤਾ ਸਹਿਤ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨਾ ਬੰਧੂ ਜੀ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਜੋ ਮਹਾਰਾਜ ਵਿਘਨ ਪੈਣ ਤੋਂ ਜਿਹੜੀ ਵੈ ਗੁਰੂ ਗਰੀਬ ਨਵਾਜ ਉਹ ਬਖਸ਼ਿਸ਼ਾਂ ਕਰਨ ਵੀ ਇਹ ਕਾਰਜ ਜਿਹੜਾ ਵੈ ਉਹ ਪਹਿਲਾਂ ਵਾਂਗੂ ਇੱਕ ਰਸ ਵਧੀਆ ਆਨੰਦਦਾਇਕ ਜਿਹੜੀ ਕਥਾ ਨਾਗੇ ਪੈਣ ਨਾਲ ਆਪ ਨੂੰ ਵੀ ਆਨੰਦ ਨਹੀਂ ਬਣਦਾ, ਸੰਗਤ ਦਾ ਵੀ ਮਨ ਜਿਹੜਾ ਖਿੰਡਦਾ ਹੈ। ਇਸ ਕਰਕੇ ਸਾਧ ਸੰਗਤ ਜੀ ਉਸ ਵਾਸਤੇ ਹੱਥ ਜੋੜ ਕੇ ਖਿਮਾ ਮੰਗਦੇ ਆ ਔਰ ਅੱਗੇ ਆਪ ਅਸੀਸ ਅਰਦਾਸ ਮਹਾਰਾਜ ਦੇ ਚਰਨੀ, ਦਾਸ ਨੂੰ ਅਸੀਸ ਔਰ ਮਹਾਰਾਜ ਦੇ ਚਰਨੀ ਅਰਦਾਸ ਕਰਨਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਵੈ ਮਨ ਭੰਗ ਹੋਣ ਦੀ ਜਾਂ ਜਿਹੜੀ ਹੈ ਕੋਈ ਵੀ ਵਿਘਨ ਪੈਂਦਾ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨਾ ਪੈਣ ਦੇਣ। ਕਥਾ ਇੱਕ ਰਸ ਚੱਲੇ ਤੋ ਆਪ ਵੀ ਆਨੰਦ ਮਾਣੋ, ਸੱਚੇ ਪਾਤਸ਼ਾਹ ਜੀ ਕੋ ਥੋੜ੍ਹਾ ਬਹੁਤ ਸਾਨੂੰ ਵੀ ਆਨੰਦ ਸ਼ਾਂਤੀ ਬਖਸ਼ਿਸ਼ ਕਰਨ। ਗੁਰੂ ਗਰੀਬ ਨਵਾਜ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੁਤ ਚਿਤ ਕੀ ਸਭ ਜਾਨ ਖੁਟਾਈ, ਹੋਏ ਤੂਸ਼ਨ ਗੁਰ ਗੋਸਾਈ। ਪੁਨ ਲਗ ਨੰਦਨ ਤੀਰ ਹਕਾਰੇ, ਪਰਖਤ ਕੋ ਆਇਸ ਅਨੁਸਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਘਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰ ਆਧਾਰ। ਹੇ ਠਾਕੁਰ ਹਰਿ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ
ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।